ਜਿਹੜੇ ਲਾਲ ਕਿਲੇ ਤੇ ਗਏ, ਲਾਲ ਕਿਲੇ ਤੇ ਗਏ ਕਿ ਟੋਕਨ ਲੈਣਗੇ। ਔਰ ਜਿਹੜਾ ਚੰਨੀ ਸਾਹਿਬ ਹੈ ਕਹਿੰਦਾ 2-2 ਲੱਖ ਰੁਪਈਆ ਦਿਆਂਗਾ। ਕਿਆ ਬਾਤ ਹੈ ਯਾਰ, ਤੁਸੀਂ ਉਹਨੂੰ ਸ਼ਾਬਾਸ਼ੀ ਦੇ ਰਹੇ ਹੋ ਕਿ ਤੁਸੀਂ ਦੇਸ਼ ਨੂੰ ਬਰਬਾਦ ਕਰਨਾ ਚਾਹੁੰਦੇ ਹੋ। ਤੁਸੀਂ ਮੁੱਖ ਮੰਤਰੀ ਬਣੇ ਹੋ, ਮੁੱਖ ਮੰਤਰੀ ਬਣੇ ਹੋ, ਸ਼ਰਮ ਆਣੀ ਚਾਹੀਦੀ ਹੈ। ਤੁਸੀਂ ਕਹਿੰਦੇ 2-2 ਲੱਖ ਰੁਪਈਆ ਲਾਲ ਕਿਲੇ ਤੇ ਗਏ ਹੈ ਕਿ ਲਾਲ ਕਿਲੇ ਕੀ ਲੈਣ ਗਏ ਸੀ ਬਈ। ਹਾਂ, ਜਿਹੜੇ ਕੋਈ ਬਾਰਡਰ ਤੇ ਮਰਦਾ ਉਹਦੀ ਕੋਈ ਗੱਲ ਨਹੀਂ ਕਰਦੇ, ਜਿਹੜਾ ਦੇਸ਼ ਵਾਸਤੇ ਸ਼ਹੀਦ ਹੁੰਦਾ ਹੈ ਉਹਦੇ ਵਾਸਤੇ ਕੋਈ ਗੱਲ ਨਹੀਂ, ਸਰਦਾ ਦੇ ਹੁਸਨ ਬਰਬਾਦ ਕਰਨੋਂ ਨਹੀਂ ਹੈ। ਹਾਂ, ਜਿੱਥੇ ਜਾ ਕੇ ਗੜਬੜ ਕੀਤੀ 2-2 ਲੱਖ ਰੁਪਈਏ, ਸ਼ਰਮ ਆਣੀ ਚਾਹੀਦੀ ਹੈ ਔਰ ਡੁੱਬ ਕੇ ਮਰਨਾ ਚਾਹੀਦਾ ਹੈ ਲੋਕਾਂ ਨੂੰ। ਨਹੀਂ ਸੀ ਉਹ ਜਿਹੜੇ ਜੋ ਟਰੈਕਟਰ ਮਾਰਚ ਕਰਕੇ ਗਏ, ਕਿਉਂਕਿ ਉਦੋਂ ਤਾਂ ਐਂ ਵੀ ਕਿਹਾ ਗਿਆ ਵੀ ਸਰਕਾਰੀ ਏਜੰਸੀਆਂ ਨੇ ਰਸਤਾ ਭਟਕਾਇਆ ਜਾਣਾ। ਕਿੱਡੀ ਬੇਵਕੂਫੀ ਗੱਲ ਕਰਦੇ ਆ। ਇਹਨਾਂ ਨਾਲ ਰਾਜੇਵਾਲ ਨਾਲ ਸਾਰਿਆਂ ਨਾਲ ਮੀਟਿੰਗ ਕੀਤੀ 5 ਵਾਰੀ ਦਿੱਲੀ ਦੇ ਕਮਿਸ਼ਨਰ ਨੇ, ਔਰ ਰੂਟ ਬਣਾਇਆ ਗਿਆ ਔਰ ਰੂਟਾਂ ਦੇ ਉੱਤੇ ਇਹਨਾਂ ਦੇ ਫੁੱਲਾਂ ਦੀ ਵਰਖਾ ਲੈਣ ਵਾਲੇ ਲੋਕ ਖੜੇ ਸੀਗੇ। ਇਹਨਾਂ ਤੇ ਹਰ ਇੱਕ ਗੱਲ ਜਿਹੜੀ ਹੈ ਮੋਦੀ ਤੇ ਸਿੱਟਣੀ ਹੁੰਦੀ ਹੈ। ਕੌਣ ਕਹਿੰਦਾ ਲਾਲ ਕਿਲੇ ਤੇ ਜਾਓ ਤੋੜ ਬੰਦ ਕਰੋ ਉੱਥੇ? ਔਰ ਕੀ ਤੁਸੀਂ ਉਹਨਾਂ ਨੂੰ ਸ਼ਾਬਾਸ਼ੀ ਦੇਣਾ ਚਾਹੁੰਦੇ ਹੋ? ਇਹ ਕਾਂਗਰਸ ਦੇ ਲੋਕ ਨੇ, ਇਹਨਾਂ ਦੀ ਸੋਚ ਘਟੀਆ ਸੋਚ ਹੈ ਔਰ ਇਹਨਾਂ ਕਾਂਗਰਸੀ ਸੋਚ ਦੇ ਨਾਲ ਅੱਜ ਦੇਸ਼ ਬਰਬਾਦ ਹੋਇਆ। ਤੁਸੀਂ ਵਿੱਚ ਕਹਿਤਾ ਵੀ ਇਹਨਾਂ ਦੇ ਲੋਕ ਖਾਲਿਸਤਾਨੀ ਰਲ ਗਏ, ਵਿੱਚ ਕਾਮਰੇਡ ਰਲ ਗਏ, ਪਰ ਕਈ ਲੀਡਰ ਤਾਂ ਰਾਜੇਵਾਲ ਨੂੰ ਪੁੱਛੋ, ਰਾਜੇਵਾਲ ਨੂੰ ਕਿੰਨੇ ਗਾਲਾਂ ਕੱਢੀਆਂ ਸੀ, ਕਿਉਂ ਜਾੜੇ ਜੁੜ ਗਏ ਉਹਦੇ ਤੇ? ਉਹਨੂੰ ਪੁੱਛੋ ਕੀ ਉਹ ਮਾਨਸਾ ਰੁਲਦੂ ਸਿੰਘ, ਉਹਦੇ ਕਿੰਨੇ ਹਮਲਾ ਕੀਤਾ ਸੀ? ਮੁੜ ਕੇ ਬੋਲਿਆ ਉਹ ਕੌਣ ਸੀ? ਉਹ ਦੱਸਣ। ਫਿਰ ਜਿਹੜੀ ਅਸੀਂ ਗੱਲ ਕਹਿੰਦੇ ਆ ਵੀ ਇਹਨਾਂ ਦੇ ਵਿੱਚ ਆ ਚੀਜ਼ ਆ ਗਈ ਹੈ ਤਾਂ ਅਸੀਂ ਮਾੜੇ ਹੋ ਗਏ, ਪਰ ਦੱਸਣ ਬੋਲੇ ਨਹੀਂ ਫਿਰ ਕਦੇ। ਕਿਸਾਨ ਬਗੈਰ ਦੇਸ਼ ਤਰੱਕੀ ਨਹੀਂ ਕਰ ਸਕਦਾ। ਪਰ ਇਹ ਜੇ ਲੋਕ ਅੱਗੇ ਲੱਗ ਕੇ ਜਿਹੜੇ ਬਰਬਾਦੀ ਦਾ ਕਾਰਨ ਬਣ ਰਹੇ ਨੇ, ਲੋਕਾਂ ਨੂੰ ਸਮਝ ਆ ਜੂਗੀ ਸਾਡੇ ਘਰ ਕੀ ਗਿਰਨਗੇ। ਜਦੋਂ ਇਹਨਾਂ ਦੇ ਘਰ ਗਿਰਨਗੇ ਨਾ, ਇਹਨਾਂ ਨੂੰ ਬੱਚਿਆਂ ਨੂੰ ਬਾਹਰ ਨਹੀਂ ਲੱਭਣਾ। ਸਾਡੇ ਤਾਂ ਕੋਈ ਨਹੀਂ ਲੱਗਦਾ ਕਿ ਕੱਲ੍ਹ ਨੂੰ ਜਥੇਬੰਦੀਆਂ ਹੀ ਜੇ ਨਿਰਾਸ਼ ਹੋ ਕੇ ਦੁਬਾਰੇ ਫਿਰ ਕੋਈ ਇਸ ਤਰ੍ਹਾਂ ਦੀ ਕਾਲ ਦੇਤੀ, ਜਾਂ ਕਹੀਏ ਕਿ ਦੁਬਾਰੇ ਫਿਰ ਬੀਜੇਪੀ ਦੇ ਲੀਡਰਾਂ ਦਾ ਚਲੋ ਇੰਟਰਨਲੀ ਵਿਰੋਧ ਕਰਤਾ ਤਾਂ ਫਿਰ ਵੋਟਾਂ 'ਚ ਨੁਕਸਾਨ ਹੋ ਜੂ। ਹੋ ਜਾਏ ਯਾਰ, ਕੀ ਹੋ ਗਿਆ ਫਿਰ? ਉਹ ਯਾਰ ਬਾਬਾ ਨਾਨਕ ਨਾ ਵਿਗਾੜੇ ਕਿਸੇ ਦਾ, ਇਹਨਾਂ ਦੀ ਔਕਾਤ ਕੀ ਹੈ ਕਿਸੇ ਦਾ ਕੀ ਵਿਗਾੜ ਦੇਣਗੇ? ਬੰਦਾ ਦੱਸ। ਬਾਬਾ ਨਾਨਕ ਰੱਬ ਨਾ ਵਿਗਾੜੇ, ਰੱਬ ਨਾ ਕਿਸੇ ਦਾ ਵਿਗਾੜੇ। ਬੰਦਾ ਬੰਦੇ ਦਾ ਕੁਝ ਨਹੀਂ ਵਿਗਾੜ ਸਕਦਾ। ਕੀ ਵਿਗਾੜ ਲਿਆ ਲੈ? ਚਲੋ ਅਸੀਂ ਮਾਨੀ ਗੱਲ, ਅਸੀਂ ਇਹ ਚੀਜ਼ ਨਹੀਂ ਚਾਹੁੰਦੇ, ਸੰਘਰਸ਼ ਨਹੀਂ ਚਾਹੁੰਦੇ। ਅਸੀਂ ਦੇਸ਼ ਦਾ ਭਲਾ ਚਾਹੁੰਦੇ ਹਾਂ, ਅਸੀਂ ਦੇਸ਼ ਦਾ ਨੁਕਸਾਨ ਨਹੀਂ ਚਾਹੁੰਦੇ, ਸੂਬੇ ਦਾ ਨੁਕਸਾਨ ਨਹੀਂ ਚਾਹੁੰਦੇ। ਅਸੀਂ ਸਬਰ ਕਰਕੇ ਬੈਠੇ ਹਾਂ ਔਰ ਮੋਦੀ ਸਾਹਿਬ ਨੇ ਇਹੀ ਸੋਚ ਕੇ ਕੀਤਾ ਨਾ ਵੀ ਚਲੋ ਨਹੀਂ ਸਮਝੋ ਪੈਸੇ ਵਾਪਸ ਲੈ ਲੈ। ਪਰ ਇਹਦੇ ਬਾਅਦ ਜਿਹੜੀ ਹੁਣ ਇਹ ਕਰ ਰਹੇ ਨਾ, ਇਹ ਸਾਡੀ ਜਿਹੜੀ ਗੱਲ ਉਹਦੇ ਤੇ ਫੁੱਲ ਛੱਡ ਰਹੇ ਸੀ। ਕਿਹਾ ਇਹਦੇ ਵਿੱਚ ਰਾਜਨੀਤੀ ਹੈ, ਇਹ ਰਾਜਨੀਤੀ ਹੈ, ਹੋ ਰਹੀ ਹੈ। ਉਹ ਲੋਕਾਂ ਨੂੰ ਵੀ ਸਮਝ ਆ ਜੂ। ਕਿਸਾਨ ਜਥੇਬੰਦੀਆਂ ਦੀ ਮਸਲਾ ਮੁਕਾਉਣ ਦੀ ਨੀਤ ਨਹੀਂ ਹੈ, ਕਿਸਾਨਾਂ ਦੇ ਹਿੱਤ ਵਿੱਚ ਇਹ ਨਹੀਂ ਆਏ ਹੋਏ। ਇਹ ਰਾਜਨੀਤੀ ਹੈ, ਇਹਦੇ ਵਿੱਚ ਝੰਡਾ ਕਿਸਾਨੀ ਹੈਗਾ। ਤੇ ਜਿੰਨੇ ਵੀ ਮੋਦੀ ਵਿਰੋਧੀ ਇਸ ਝੰਡੇ ਥੱਲੇ ਇਕੱਠੇ ਹੋਏ, ਜਿਨ੍ਹਾਂ ਦਾ 36 ਦਾ ਆંકੜਾ ਹੈ, ਅਸੀਂ ਪਹਿਲੇ ਕਹਿੰਦੇ ਸੀ, ਅਸੀਂ ਵੀ ਕਿਹਾ ਸੀ ਵਿੱਚ ਕਾਮਰੇਡ ਬੜੇ ਨੇ ਔਰ ਕਾਮਰੇਡ ਕਦੇ ਵੀ ਕੋਈ ਚੱਜ ਦਾ ਕੰਮ ਹਿੰਦੁਸਤਾਨ ਦੇ ਵਿੱਚ ਨਹੀਂ ਹੋਣ ਦਿੰਦੇ। ਜਿੱਥੇ ਕਾਮਰੇਡ ਦਾ ਝੰਡਾ ਲੱਗਿਆ ਉਹ ਸੌਦਾ ਫੇਲ ਹੁੰਦਾ ਹੈ। ਉਹ ਸਿੱਧ ਹੋ ਗਿਆ। ਇਹਨਾਂ ਨੇ ਕਿਸਾਨੀ ਵੀ ਫੇਲ ਕਰਤੀ। ਮੈਂ ਤੁਹਾਨੂੰ ਦੱਸਾਂ, ਇਹ ਕਾਨੂੰਨ ਨਹੀਂ ਸੀਗੇ। ਅਸੀਂ ਪਹਿਲੇ ਦਿਨ ਨੂੰ ਕਹਿੰਦਾ ਕਾਨੂੰਨੀ ਸੁਵਿਧਾ ਸੀਗੀ। ਉਹਨਾਂ ਨੇ ਕਹਿੰਦਾ ਵੀ ਸੰਘਰਸ਼ ਖਤਮ ਨਹੀਂ ਹੋਊਗਾ ਹਜੇ, ਇਹ ਰਾਜਨੀਤੀ ਹੈ ਨਾ। ਸਾਨੂੰ ਕਹਿੰਦੇ ਐਤਵਾਰ ਨਹੀਂ ਹੈਗਾ। ਉਹ ਵੀ ਪਰ ਹੁਣ ਲੋਕ ਸਾਡੇ ਤੇ ਇਤਬਾਰ ਕਰਨਗੇ ਨਾ ਵੀ ਜਾਨੀ ਸਾਹਿਬ, ਗਰੇਵਾਲ ਜੀ, ਅਸੀਂ ਜਿਹੜੇ ਲੋਕ ਕਹਿੰਦੇ ਸੀ ਵੀ ਇਹ ਰਾਜਨੀਤੀ ਹੈ, ਹੁਣ ਲੋਕਾਂ ਨੂੰ ਸਮਝ ਆ ਜੂ ਵੀ ਰਾਜਨੀਤੀ ਹੈ। ਜਦੋਂ ਮੋਦੀ ਸਾਹਿਬ ਨੇ ਗੱਲ ਕਹਿਤੀ, ਸੁਣੋ ਮੇਰੀ ਗੱਲ, ਮੋਦੀ ਨੇ ਆਪਦੀ ਸਪੀਚ ਤੇ ਪਤਾ ਕੀ ਕਿਹਾ ਸੀਗਾ? ਉਹਨੇ ਕਿਹਾ ਵੀ ਇਹ ਕਾਨੂੰਨ ਮੈਂ ਵਾਪਸ ਲੈ ਰਿਹਾ, ਤਿੰਨੋਂ ਕਾਨੂੰਨ ਵਾਪਸ ਲੈ ਰਿਹਾ। ਔਰ 29 ਤਾਰੀਖ ਨੂੰ ਅਸੀਂ ਇਹਨੂੰ ਪਾਰਲੀਮੈਂਟ 'ਚ ਕੈਬਨਿਟ 'ਚ ਉਹਨਾਂ ਨੇ ਕਰੀ ਦਿੱਤਾ। ਔਰ MSP ਦੀ ਔਰ ਬਾਕੀ ਜਿਹੜੀ ਗੱਲਾਂ ਉਹਦੇ ਵਾਸਤੇ ਕਮੇਟੀ ਬਣਾ ਲਓ। ਫਿਰ ਕੀ ਹੋ ਗਿਆ? ਹੁਣ MSP ਦੀ ਗਰੰਟੀ ਦਿਓ ਵੀ ਸਟੇਜ ਤੇ ਗਰੰਟੀ ਹੁੰਦੀ ਹੈ। ਕੀ ਗਰੰਟੀ ਦਿਓ ਬਈ? ਕਿੰਨੀਆਂ ਫਸਲਾਂ ਹੈ, ਕਿਸ ਤਰ੍ਹਾਂ ਵੇਚਣੀ ਹੈ, ਕਿੰਨੀ A ਗ੍ਰੇਡ B ਗ੍ਰੇਡ C ਗ੍ਰੇਡ ਹੈ। ਇਹ ਜੇ ਮੋਦੀ ਉੱਥੇ ਕਹਿੰਦੇ ਲਿਓ ਜੀ ਕਾਨੂੰਨ ਬਣ ਗਿਆ, MSP ਤੋਂ ਥੱਲੇ ਕੋਈ ਨਹੀਂ ਖਰੀਦੇਗਾ, ਸਾਡੇ ਤਾਂ ਫਾਵਾ ਪਾ ਦੇਣਗੇ ਗਲ 'ਚ। ਮੈਂ ਰਾਜੇਵਾਲ ਨੂੰ ਪੁੱਛੋ ਤੇ ਮੈਂ ਮਾਲਟੇ ਲੈ ਕੇ ਜਾਣਾ ਚਾਹੁੰਦਾ, ਮੇਰਾ ਬਾਗ ਹੈ, ਦੱਸ ਉਸ ਕਾਨੂੰਨ ਥੱਲੇ ਤਾਂ ਮੈਂ ਜਿੱਥੇ ਮਰਜ਼ੀ ਜਾਂਦਾ ਨਾ, ਮੈਨੂੰ ਵੇਚਣ ਨੂੰ ਟੈਕਸ ਨਾ ਲੈਣ ਨੂੰ ਟੈਕਸ, ਤੇ ਮੈਨੂੰ ਫਾਇਦਾ ਸੀ। ਹੁਣ ਪੁੱਛੋ ਯੂਪੀ ਵਾਲਿਆਂ ਨੂੰ ਪੁੱਛ ਲਓ, ਜਿਹੜੇ ਗੁੜ ਦੀ ਟਰਾਲੀ ਭਰ ਕੇ ਇੱਧਰ ਆਉਂਦੇ ਵੇਚਦੇ ਆ, ਤਾਂ ਹੁਣ ਕਦੇ ਉਹਨਾਂ ਨੂੰ ਇੰਸਪੈਕਟਰ ਫੜ ਲੈਂਦੇ, ਕਦੇ ਚੁੰਗੀ ਵਾਲੇ ਫੜ ਲੈਂਦੇ। ਜਿਸ ਕਾਨੂੰਨ ਦੇ ਥੱਲੇ ਆਪਦੀ ਜ਼ਿਮੀਦਾਰ ਦੀ ਮਰਜ਼ੀ ਸੀ, ਉਹ ਕਹਿੰਦੇ 2 ਕਿੱਲੇ ਵਾਲਾ ਜ਼ਿਮੀਦਾਰ ਕਿੱਥੇ ਜਾਏਗਾ? ਉਹ ਯਾਰ 2 ਕਿੱਲੇ ਵਾਲਾ ਜ਼ਿਮੀਦਾਰ ਯੂਪੀ ਤੋਂ ਟਰਾਲੀ ਗੁੜ ਭਰ ਕੇ ਪੂਰੀ ਟਰਾਲੀ ਪਿੰਡਾਂ 'ਚ ਵੇਚ ਕੇ ਜਾਂਦਾ, ਨਹੀਂ ਜਾਂਦਾ ਵੇਚ ਕੇ। ਤੇ ਐਵੇਂ ਗੱਲਾਂ ਕਰਨ ਨੂੰ ਕਿਹੜੀ ਗੱਲ ਹੈ? ਕਿਸਾਨੀ ਹਿੱਤ ਵਿੱਚ ਕੀ ਗੱਲ ਕੀਤੀ ਇਹਨਾਂ ਨੇ? ਘਰਾਂ ਦੇ ਅੱਗੇ ਤਰਰੇ ਲਾਏ। ਔਰ ਜਿਹੜਾ ਮੀਡੀਆ ਚੰਗੀ ਗੱਲ ਕੋਈ ਕਰਦਾ, ਕਾਨੂੰਨ ਦੀ ਗੱਲ ਕਰਦਾ, ਸਰਕਾਰ ਦੀ ਅੱਛੀ ਗੱਲ ਕਰਦਾ, ਇਹ ਗੋਦੀ ਮੀਡੀਆ। ਜਿਹੜੀ ਇਹਨਾਂ ਦੀ ਹੱਕ ਕਰੇ ਉਹ ਚੰਗਾ ਮੀਡੀਆ।
ਔਰ ਜਿਹੜੇ ਮੀਡੀਆ ਦੇ ਕੈਮਰੇ ਤੋੜੇ ਗਏ ਉੱਥੇ ਕੀ ਨਹੀਂ ਹੋਇਆ ਉੱਥੇ, ਔਰ ਕੀ ਨਹੀਂ ਕੀਤਾ। ਔਰ ਦੱਸੋ ਮੈਨੂੰ, ਕਾਰਾਂ ਦੇ ਸ਼ੀਸ਼ੇ, ਕੱਪੜੇ ਤੱਕ ਐਮਐਲਏ ਦੇ ਪਾੜ ਤੇ, ਮਤਲਬ ਹੁਣ ਕੀ ਕਹੀਏ, ਕਿੰਨਾ ਕੁਝ ਹੋਇਆ ਹੋਣਾ। ਦਹਿਸ਼ਤ ਬਣਾਈ ਹੋਈ ਸੀ, ਦਹਿਸ਼ਤ ਦਾ ਮਾਹੌਲ ਸੀ। 25 ਸਾਲ ਤੋਂ ਇਹਦੇ ਉੱਤੇ ਗੌਕ ਹੋ ਰਹੀ ਹੈ ਕ੍ਰਿਸ਼ੀ ਮਾਹਿਰ ਬੰਦਿਆਂ ਦੀ, ਜਿਹੜੇ ਖੇਤੀਬਾੜੀ ਦੇ ਮਾਹਿਰ ਹੈ। 25 ਸਾਲ ਤੋਂ ਲਗਾਤਾਰ ਨਹੀਂ ਸੁਣੋ, ਬੋਲਣ ਨਹੀਂ ਦਿੱਤਾ। ਹਾਲੋਗੀ ਕੀ ਤੁਸੀਂ ਮਤਲਬ ਜਦੋਂ ਤੱਕ ਹਿੰਦੁਸਤਾਨ ਦੀ ਤਰੱਕੀ ਨਹੀਂ ਹੋ ਸਕੇਗੀ, ਜਦੋਂ ਤੱਕ ਸੱਚੇ ਬੰਦੇ ਆਵਾਜ਼ ਨਹੀਂ ਉਠਾਣਗੇ। ਤੁਸੀਂ ਗੋਦੀ ਮੀਡੀਆ ਦੀ ਗੱਲ ਕਰੀ ਜੀ, ਉਹਦੇ ਤੇ ਲਗਾਤਾਰ ਇਲਜ਼ਾਮ ਰਿਹਾ ਵੀ ਸਰਕਾਰ ਉਧਰ ਦੀ ਪ੍ਰੋਜੈਕਟ ਕਰ ਰਹੀ ਹੈ। ਅਸੀਂ ਕਦੇ ਕਿਹਾ ਕਿਸਾਨ ਇਹ ਖਾਲਿਸਤਾਨੀ ਹੈ? ਕਿਹਨੇ ਕਿਹਾ ਕਿਸਾਨ ਖਾਲਿਸਤਾਨੀ? ਕਦੇ ਨਹੀਂ ਕਿਹਾ। ਅਸੀਂ ਤਾਂ ਕਿਹਾ ਵੀ ਇਹਦੇ ਵਿੱਚ ਖਾਲਿਸਤਾਨੀ ਵੜ ਗਏ ਨੇ, ਇਹਦੇ ਵਿੱਚ ਕਾਮਰੇਡ ਜਿਹੜੇ ਆ, ਕਾਮਰੇਡ ਨੂੰ ਕਾਮਰੇਡ ਕਹਿਣਾ ਮਾੜਾ ਹੈ। ਔਰ ਜਿਸੇ ਕੋਈ ਬੰਦਾ ਇਹ ਕਹਿ ਰਿਹਾ ਵੀ ਉਹਨੂੰ ਠੋਕਤਾ, ਇਹਨੂੰ ਠੋਕਾਂਗੇ, ਔਰ ਮਤਲਬ ਜਿਸ ਤਰ੍ਹਾਂ ਦੇ ਨਾਅਰੇਬਾਜ਼ੀ ਹੁੰਦੀ ਹੈ ਉਹ ਤਾਂ ਚਲੋ ਦੁਹਰਾਉਣ ਦੀ ਠੀਕ ਨਹੀਂ ਹੈ, ਉਹਨੂੰ ਅਸੀਂ ਕਹਦੀ ਵੀ ਇਹ ਗਲਤ ਹੈ। ਗਲਤ ਨੂੰ ਗਲਤ ਕਹਿਣਾ ਮਾੜੀ ਗੱਲ ਹੈ। ਜਿਹੜਾ ਬੀਜੇਪੀ ਦੇ ਲੀਡਰਾਂ ਦੇ ਘਰਾਵ ਦੀ ਕਾਲ ਵਾਪਸ ਨਹੀਂ ਹੋਈ, ਧਰਨੇ ਜਿਹੜੇ ਨੇ ਉਹ ਹਜੇ ਉੱਠੇ ਨਹੀਂ ਪੂਰੇ। ਜਦੋਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਹਿਤਾ ਵਾਪਸ ਲੈ ਲਿਆ, ਫਿਰ ਕੀ ਰਹਿ ਗਿਆ? ਉਹ ਨਾਲ ਕਹਿੰਦਾ ਕਮੇਟੀ ਬਣਾ ਲਓ, ਔਰ ਉਹਦੇ ਵਿੱਚ ਜੋ ਵੀ ਹੋਰ ਚੀਜ਼ ਹੈ MSP ਦੀ ਹੈ ਉਹ ਸਾਰੀ ਉਹਦੇ ਵਿੱਚ ਬੈਠ ਕੇ ਤੁਸੀਂ ਮੈਨੂੰ ਖਰੜਾ ਦੇ ਦਿਓ, ਫਿਰ ਕਿਆ ਰਹਿ ਗਿਆ? ਪਰ ਤੁਸੀਂ ਮਤਲਬ ਜੋ ਕੁਝ ਤੁਸੀਂ ਹੋ, ਤੁਹਾਨੂੰ ਸਰਟੀਫਿਕੇਟ ਮਿਲਿਆ ਹੋਇਆ, ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਇਤਬਾਰ ਨਹੀਂ ਕਰਦੇ ਹੋ। ਕਿਉਂ? ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਮਰੇ 'ਚ ਬੈਠ ਕੇ ਗੱਲ ਕੀਤੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਿਸੇ ਦੀ ਹੋਰ ਦੀ ਡਿਊਟੀ ਲਈ ਅਨਾਉਂਸਮੈਂਟ ਕੀਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਖੁੱਲਾ ਸੰਦੇਸ਼ ਦਿੱਤਾ ਹੈ, ਆਲ ਵਰਲਡ ਲੋਕਾਂ ਨੇ ਸੁਣਿਆ। ਸਤਿ ਸ਼੍ਰੀ ਅਕਾਲ ਜੀ। ਕਿਸਾਨੀ ਮਸਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਐਲਾਨ ਕਰਦੇ ਨੇ, ਨਾਲ ਹੀ ਕਿਹਾ ਜਾਵੇ ਕਿਸਾਨ ਹਜੇ ਕਹਿੰਦੇ ਸੰਘਰਸ਼ ਖਤਮ ਨਹੀਂ ਹੋਇਆ, ਸੰਘਰਸ਼ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਬਾਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤੇ ਨਾਲ ਹੀ ਰੱਦ ਹੋਣ ਪਹਿਲਾ ਕਾਨੂੰਨ ਸੰਸਦ ਦੇ ਵਿੱਚ। ਤੇ ਇਹਨੂੰ ਲੈ ਕੇ ਦੇਖਿਆ ਜਾਵੇ ਬੀਜੇਪੀ ਵਾਸਤੇ ਥੋੜਾ ਜਿਹਾ ਸੁੱਖ ਦਾ ਸਾਹ ਜ਼ਰੂਰ ਆਇਆ, ਕਿਉਂਕਿ ਜਿਵੇਂ ਲਗਾਤਾਰ ਵਿਰੋਧ ਹੋ ਰਹੇ ਸੀਗੇ, ਘਿਰਾਵ ਦੀ ਕਾਲ ਹਜੇ ਖੈਰ ਵਾਪਸ ਨਹੀਂ ਲਈ ਹੈਗੀ, ਪਰ ਉਹਦੇ ਨਾਲ ਕਿਤੇ ਨਾ ਕਿਤੇ ਬੀਜੇਪੀ ਦੇ ਕੋਲੇ ਹੁਣ ਕਿਸਾਨੀ ਮਸਲੇ ਤੇ ਕਹਿਣ ਨੂੰ ਹੋ ਗਿਆ ਕਿ ਅਸੀਂ ਰੱਦ ਕਰ ਦਿੱਤੇ ਨੇ, ਚਾਹੇ ਉਹਦੇ ਪਿੱਛੇ ਹੁਣ ਸਮਝਾਣਾ ਪਾਣਾ ਹੋਵੇ, ਚਾਹੇ ਮੁੱਦਲੀ ਦਿੱਤੀ। ਤੇ ਨਾਲ ਹੀ ਬੀਜੇਪੀ ਦੇ ਲੀਡਰ ਵੀ ਕਹਿੰਦੇ ਨੇ, ਸੁਰਜੀਤ ਜਾਨੀ ਸਾਡੇ ਨਾਲ ਨੇ, ਉਹ ਲੋਕਾਂ ਦੇ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ ਜਿਹੜੇ ਪਹਿਲੇ ਦਿਨੋਂ ਵੱਡੀ ਭੂਮਿਕਾ 'ਚ ਰਹੇ। ਸੁਰਜੀਤ ਜਾਨੀ ਹੋਰਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਤੇ ਜਾਨੀ ਸਾਹਿਬ ਤੁਹਾਨੂੰ ਵੀ ਜ਼ਿੰਮੇਵਾਰੀ ਦਿੱਤੀ ਸੀ ਸਟਾਰਟਿੰਗ ਦੇ ਵਿੱਚ ਕਿ ਤਾਲਮੇਲ ਬਿਠਾਇਆ ਜਾਵੇ। ਮੀਟਿੰਗਾਂ ਬਹੁਤ ਹੋ ਗਈਆਂ, ਪਹਿਲਾਂ ਤਾਂ ਜਿਵੇਂ ਇਹ ਫੈਸਲਾ ਆਇਆ ਸੰਤੁਸ਼ਟ ਹੋ ਆਪਣੀ ਪ੍ਰਧਾਨ ਮੰਤਰੀ ਤੋਂ ਵੀ ਠੀਕ ਲਿਆ, ਪਰ ਲੇਟ ਹੋ ਗਿਆ ਥੋੜਾ ਜਿਹਾ? ਨਹੀਂ ਠੀਕ ਹੈ, ਲੇਟ ਤਾਂ ਦੇਖੋ ਪ੍ਰਧਾਨ ਮੰਤਰੀ ਨੇ ਜਿਹੜੀ ਗੱਲ ਕਹੀ ਆਪਦੇ ਸੰਬੋਧਨ ਤੇ ਜੋ ਸੰਦੇਸ਼ ਦਿੱਤਾ ਸੀ, ਉਹਦੇ ਬਾਅਦ ਕੁਝ ਕਹਿਣ ਨੂੰ ਜਾਂ ਸੁਣਨ ਨੂੰ ਰਹਿੰਦਾ ਨਹੀਂ ਹੈ। ਬੜੀ ਵਿਸਤਾਰ ਨਾਲ ਔਰ ਸਾਰੀ ਗੱਲ ਉਹਨਾਂ ਨੇ ਜਿਹੜੀ ਕੀਤੀ ਔਰ ਲੋਕਾਂ ਪਬਲਿਕ ਦੇ ਵਿੱਚ ਜਿਹੜੀ ਗੱਲ ਆਈ ਹੈ ਉਹਦੇ ਬਾਅਦ ਗੱਲ ਨਹੀਂ ਰਹਿ ਜਾਂਦੀ। ਬਾਕੀ ਅਸੀਂ ਠੀਕ ਹੈ, ਪਹਿਲੇ ਦਿਨ ਤੋਂ ਲੱਗੇ ਸੀ, ਸਾਡੀ ਡਿਊਟੀ ਲੱਗੀ, ਅਸੀਂ ਇਹਨਾਂ ਦੇ ਵਿੱਚ ਗਏ। ਅਸੀਂ ਪਹਿਲੇ ਦਿਨ ਇਹ ਕਹਿ ਰਹੇ ਹਾਂ ਵੀ ਇਹਨਾਂ ਦੀ ਨੀਅਤ ਨਹੀਂ ਹੈ, ਕਿਸਾਨ ਜਥੇਬੰਦੀਆਂ ਦੀ ਮਸਲਾ ਮੁਕਾਉਣ ਦੀ ਨੀਅਤ ਨਹੀਂ ਹੈ, ਕਿਸਾਨਾਂ ਦੇ ਹਿੱਤ ਵਿੱਚ ਇਹ ਨਹੀਂ ਆਏ ਹੋਏ। ਇਹ ਰਾਜਨੀਤੀ ਹੈ, ਇਹਦੇ ਵਿੱਚ ਝੰਡਾ ਕਿਸਾਨੀ ਹੈਗਾ। ਤੇ ਜਿੰਨੇ ਵੀ ਮੋਦੀ ਵਿਰੋਧੀ ਇਸ ਝੰਡੇ ਥੱਲੇ ਇਕੱਠੇ ਹੋਏ, ਜਿਨ੍ਹਾਂ ਦਾ 36 ਦਾ ਆંકੜਾ ਹੈ, ਅਸੀਂ ਪਹਿਲੇ ਕਹਿੰਦੇ ਸੀ, ਅਸੀਂ ਵੀ ਕਿਹਾ ਸੀ ਵਿੱਚ ਕਾਮਰੇਡ ਬੜੇ ਨੇ, ਔਰ ਕਾਮਰੇਡ ਕਦੇ ਵੀ ਕੋਈ ਚੱਜ ਦਾ ਕੰਮ ਹਿੰਦੁਸਤਾਨ ਦੇ ਵਿੱਚ ਨਹੀਂ ਹੋਣ ਦਿੰਦੇ। ਜਿੱਥੇ ਕਾਮਰੇਡ ਦਾ ਝੰਡਾ ਲੱਗਿਆ ਉਹ ਸੌਦਾ ਫੇਲ ਹੁੰਦਾ ਹੈ, ਉਹ ਸਿੱਧ ਹੋ ਗਿਆ। ਇਹਨਾਂ ਨੇ ਕਿਸਾਨੀ ਵੀ ਫੇਲ ਕਰਤੀ। ਮੈਂ ਤੁਹਾਨੂੰ ਦੱਸਾਂ, ਇਹ ਕਾਨੂੰਨ ਨਹੀਂ ਸੀਗੇ। ਅਸੀਂ ਪਹਿਲੇ ਦਿਨ ਨੂੰ ਕਹਿੰਦਾ ਕਾਨੂੰਨ ਇਹ ਸੁਵਿਧਾ ਸੀਗੀ। ਕਾਨੂੰਨ ਤਾਂ ਹੁੰਦਾ ਕਿ ਤੁਹਾਨੂੰ ਫੋਰਸਲੀ ਇਹ ਕਰਨਾ ਪਊਗਾ। ਕੰਟੈਕਟ ਫਾਰਮਿੰਗ ਕਾਨੂੰਨ ਇਹ ਬਣ ਜਾਵੇ, ਤੁਹਾਨੂੰ ਇਹ ਕੰਟੈਕਟ ਫਾਰਮਿੰਗ ਕਰਨੀ ਪਊਗੀ, ਤੁਸੀਂ ਖੇਤ ਨਹੀਂ ਜੋਤੋਗੇ, ਫਿਰ ਤਾਂ ਕਹਦੇ ਜੀ ਕਾਲਾ ਕਾਨੂੰਨ ਹੈ। ਉਹ ਸਾਨੂੰ ਤਾਂ ਸਹੂਲੀਅਤ ਦਿੱਤੀ ਸੀ ਵੀ ਤੁਸੀਂ ਕਰਨਾ ਕਰੋ, ਨਾ ਕਰਨਾ ਨਾ ਕਰੋ, ਤੁਸੀਂ ਮੰਡੀ ਤੇ ਵੇਚੋ, ਭਾਵੇਂ ਹਿੰਦੁਸਤਾਨ 'ਚ ਕਿਤੇ ਬਾਹਰ ਵੇਚੋ, ਤਾਂ ਸਾਨੂੰ ਕੀ ਤਕਲੀਫ ਸੀ? ਸਾਨੂੰ ਇੱਕ ਸਹੂਲੀਅਤ ਦਿੱਤੀ ਸੀ, ਉਹ ਸਾਡੇ ਤੋਂ ਨਹੀਂ ਲਿੱਤੀ ਗਈ। ਔਰ ਇਹ ਸਹੂਲੀਅਤ ਜਿਹੜੀ ਹੈ ਇਹ ਸਾਰੇ ਮੰਗਦੇ ਹੁੰਦੇ ਸੀਗੇ, ਜਿੰਨੇ ਵੀ ਹੈ। ਰਾਜੇਵਾਲ ਵੀ ਇੱਕ ਜਿਹੜੇ ਅਸੀਂ ਤਾਂ ਇਹ ਕਹਿੰਦੇ ਵੀ ਤੂੰ ਫਿਰ ਹਿਮਾਚਲ ਦੇ ਵਿੱਚ 5-5 ਕਿਲੋ ਗੱਠੜੀ ਲੈ ਕੇ ਕਾਹਦੇ ਵਾਸਤੇ ਗਿਆ ਸੀ, ਔਰ ਕਾਹਦੇ ਵਾਸਤੇ 40 ਦਿਨ ਅੰਦਰ ਰਹੇ ਸੀ? 1450 ਕਿਸਾਨਾਂ ਤੇ ਪਰਚਾ ਕਿਉਂ ਕਰਾਇਆ ਸੀ? ਕੀ ਮੰਗ ਸੀ? ਕਿ ਕਿਸਾਨ ਨੂੰ ਆਜ਼ਾਦ ਕੀਤਾ ਜਾਏ, ਆੜਤੀਆਂ ਤੋਂ ਆਜ਼ਾਦ ਕੀਤਾ, ਸਾਰੀ ਗੱਲੇ ਕਰਦੇ ਹੁੰਦੇ ਸੀਗੇ। ਤੇ ਉਹ ਗੱਲ ਤੋਂ ਮੁੱਕਰ ਕੇ ਮਤਲਬ ਅਸੀਂ ਤਾਂ ਪਹਿਲੇ ਕਿਹਾ ਸੀ, ਫਿਰ ਹੁਣ ਹੋਰ ਲੋਕਾਂ ਨੂੰ ਸਮਝ ਆ ਜਾਊਗੀ। ਪਹਿਲੇ ਉਹਨਾਂ ਨੇ ਕਹਤਾ ਵੀ ਸੰਘਰਸ਼ ਖਤਮ ਨਹੀਂ ਹੋਊਗਾ ਹਜੇ, ਇਹ ਰਾਜਨੀਤੀ ਹੈ ਨਾ, ਸਾਨੂੰ ਕਹਿੰਦੇ ਐਤਵਾਰ ਨਹੀਂ ਹੈਗਾ। ਉਹ ਵੀ ਪਰ ਹੁਣ ਲੋਕੀ ਸਾਡੇ ਤੇ ਇਤਬਾਰ ਕਰਨਗੇ ਨਾ ਵੀ ਜਾਨੀ ਸਾਹਿਬ ਗਰੇਵਾਲ ਜੀ, ਅਸੀਂ ਜਿਹੜੇ ਲੋਕ ਕਹਿੰਦੇ ਸੀ ਵੀ ਇਹ ਰਾਜਨੀਤੀ ਹੈ, ਹੁਣ ਲੋਕਾਂ ਨੂੰ ਸਮਝ ਆ ਜਾਊ ਵੀ ਰਾਜਨੀਤੀ ਹੈ। ਜਦੋਂ ਮੋਦੀ ਸਾਹਿਬ ਨੇ ਗੱਲ ਕਹਿਤੀ, ਸੁਣੋ ਮੇਰੀ ਗੱਲ, ਮੋਦੀ ਨੇ ਆਪਦੀ ਸਪੀਚ ਤੇ ਪਤਾ ਕੀ ਕਿਹਾ ਸੀਗਾ? ਉਹਨੇ ਕਿਹਾ ਵੀ ਇਹ ਕਾਨੂੰਨ ਮੈਂ ਵਾਪਸ ਲੈ ਰਿਹਾ, ਤਿੰਨੋਂ ਕਾਨੂੰਨ ਵਾਪਸ ਲੈ ਰਿਹਾ, ਔਰ 29 ਤਾਰੀਖ ਨੂੰ ਅਸੀਂ ਇਹਨੂੰ ਪਾਰਲੀਮੈਂਟ 'ਚ ਔਰ ਕੈਬਨਿਟ 'ਚ ਉਹਨਾਂ ਨੇ ਕਰ ਹੀ ਦਿੱਤਾ। ਔਰ MSP ਦੀ ਔਰ ਬਾਕੀ ਜਿਹੜੀ ਗੱਲਾਂ ਉਹਦੇ ਵਾਸਤੇ ਕਮੇਟੀ ਬਣਾ ਲਓ। ਫਿਰ ਕੀ ਹੋ ਗਿਆ? ਹੁਣ MSP ਦੀ ਗਰੰਟੀ ਦਿਓ ਵੀ ਸਟੇਜ ਤੇ ਗਰੰਟੀ ਹੁੰਦੀ ਹੈ। ਕੀ ਗਰੰਟੀ ਦਿਓ ਬਈ? ਕਿੰਨੀਆਂ ਫਸਲਾਂ ਹੈ, ਕਿਸ ਤਰ੍ਹਾਂ ਵੇਚਣੀ ਹੈ, ਕਿੰਨੀ A ਗ੍ਰੇਡ B ਗ੍ਰੇਡ C ਗ੍ਰੇਡ ਹੈ। ਇਹ ਜੇ ਮੋਦੀ ਉੱਥੇ ਕਹਿੰਦੇ ਲਿਓ ਜੀ ਕਾਨੂੰਨ ਬਣ ਗਿਆ,
MSP ਤੋਂ ਥੱਲੇ ਕੋਈ ਨਹੀਂ ਖਰੀਦੇਗਾ, ਸਾਡੇ ਤਾਂ ਫਾਵਾ ਪਾ ਦੇਣਗੇ ਗਲ 'ਚ। ਸਾਡੀ ਫਸਲ ਅਗਰ ਮਾੜੀ ਵਪਾਰੀ ਨੇ ਅਗਰ ਕਿਨੇ ਖਰੀਦਣਾ ਹੈ ਤਾਂ ਜੇ ਪ੍ਰੋਫਿਟ ਹੋਏਗਾ ਤਾਂ ਹੀ ਖਰੀਦੇਗਾ। ਕਦੋਂ ਖਰੀਦੇਗਾ? ਉਹ ਕਹੋਗੇ ਵੀ ਸਜ਼ਾ ਕਰਨ ਵਾਸਤੇ ਥੋੜੀ ਖਰੀਦਣੀ ਹੈ, ਮੈਨੂੰ ਨਹੀਂ ਪੜਤਾ ਪੈਂਦਾ। ਤਾਂ ਇਹਦੇ ਵਾਸਤੇ ਕੋਈ ਅੱਛੀ ਲਾਈਨ ਗਾਈਡਲਾਈਨ ਤਾਂ ਅੱਛੀ ਆਏ। ਇਹ ਤਾਂ ਉਲਟਾ ਸਾਨੂੰ ਹੋਰ ਮਰਾਉਣ ਨੂੰ ਫਿਰਦੇ ਨੇ। ਇਸ ਹਿਸਾਬ ਨਾਲ ਤਾਂ ਮੈਂ ਤਾਂ ਨਿਰੋਲ ਕਿਸਾਨ ਹਾਂ। ਔਰ ਸਾਨੂੰ ਮੈਂ ਤਾਂ ਬੜਾ ਦੁੱਖ ਹੈ, ਮੈਂ ਤਾਂ ਕਹਿੰਦਾ ਵੀ ਕਾਨੂੰਨ ਨੇ ਸਾਨੂੰ ਸੁਵਿਧਾ ਦਿੱਤੀ ਸੀ। ਮੈਂ ਰਾਜੇਵਾਲ ਨੇ ਪੁੱਛੋ ਤੇ ਮੈਂ ਮਾਲਟੇ ਲੈ ਕੇ ਜਾਣਾ ਚਾਹੁੰਦਾ, ਮੇਰਾ ਬਾਗ ਹੈ, ਦੱਸ ਉਸ ਕਾਨੂੰਨ ਥੱਲੇ ਤਾਂ ਮੈਂ ਜਿੱਥੇ ਮਰਜ਼ੀ ਜਾਂਦਾ, ਨਾ ਮੈਨੂੰ ਵੇਚਣ ਨੂੰ ਟੈਕਸ ਨਾ ਲੈਣ ਨੂੰ ਟੈਕਸ, ਤੇ ਮੈਨੂੰ ਫਾਇਦਾ ਸੀ। ਹੁਣ ਪੁੱਛੋ ਯੂਪੀ ਵਾਲਿਆਂ ਨੂੰ ਪੁੱਛ ਲਓ, ਜਿਹੜੇ ਗੁੜ ਦੀ ਟਰਾਲੀ ਭਰ ਭਰ ਕੇ ਇੱਧਰ ਆਉਂਦੇ ਵੇਚਦੇ ਆ, ਹੁਣ ਕਦੇ ਉਹਨਾਂ ਨੂੰ ਇੰਸਪੈਕਟਰ ਫੜ ਲੈਂਦਾ, ਕਦੇ ਚੁੰਗੀ ਵਾਲੇ ਫੜ ਲੈਂਦੇ। ਜਿਸ ਕਾਨੂੰਨ ਦੇ ਥੱਲੇ ਆਪਦੀ ਜ਼ਿਮੀਦਾਰ ਦੀ ਮਰਜ਼ੀ ਸੀ, ਉਹ ਕਹਿੰਦੇ 2 ਕਿੱਲੇ ਵਾਲਾ ਜ਼ਿਮੀਦਾਰ ਕਿੱਥੇ ਜਾਏਗਾ? ਉਹ ਯਾਰ 2 ਕਿੱਲੇ ਵਾਲਾ ਜ਼ਿਮੀਦਾਰ ਯੂਪੀ ਤੋਂ ਟਰਾਲੀ ਗੁੜ ਭਰ ਕੇ ਪੂਰੀ ਟਰਾਲੀ ਪਿੰਡਾਂ 'ਚ ਵੇਚ ਕੇ ਜਾਂਦਾ, ਨਹੀਂ ਜਾਂਦਾ ਵੇਚ ਕੇ। ਤੇ ਐਵੇਂ ਗੱਲਾਂ ਕਰਨ ਨੂੰ ਕਿਹੜੀ ਗੱਲ ਹੈ? ਕਿਸਾਨੀ ਹਿੱਤ ਵਿੱਚ ਕੀ ਗੱਲ ਕੀਤੀ ਇਹਨਾਂ ਨੇ? ਪਰ ਦੇਖਿਆ ਜਾਵੇ ਜੈਨੀ ਸਾਹਿਬ, ਜਿਹੜੀ ਜੇ ਕਹੀਏ ਕਿ ਜਿਵੇਂ ਪ੍ਰਧਾਨ ਮੰਤਰੀ ਨੇ ਵੀ ਕਿਹਾ ਤਾਂ ਸਮਝਾਉਣ ਦੇ ਵਿੱਚ ਫਿਰ ਨਾਕਾਮਯਾਬੀ ਕਿਵੇਂ ਰਹੀ? ਕਿਉਂ ਨਹੀਂ ਸਮਝਾਉਣ ਦਿੱਤਾ ਗਿਆ ਤੁਹਾਨੂੰ? ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਕਿਉਂ ਲੱਗਦਾ ਤੁਹਾਨੂੰ ਕਿ ਆਖਰ ਐਸੀ ਗੱਲ ਨਹੀਂ ਪਹੁੰਚ ਪਾਈ? ਦੇਖੋ ਗੱਲ ਸੁਣੋ, ਇਹਦੇ ਵਿੱਚ ਇੱਕ ਖੋਪ ਬਣਾਇਆ ਗਿਆ ਸੀ। ਜੋ ਵੀ ਬੰਦਾ ਬੋਲਦਾ ਸੀ, ਤੁਸੀਂ ਮੈਨੂੰ ਦੱਸੋ ਉਹਦਾ ਕੀ ਹਾਲ ਕਰਦੇ ਸੀ, ਦੱਸ ਦਿਓ। ਜੋ ਬੰਦਾ ਬੋਲਦਾ ਮਾੜਾ ਹਾਲ ਕਰਦੇ ਕਿ ਨਹੀਂ ਕਰਦੇ? ਕਿਸੇ ਇਹਨਾਂ ਨੂੰ ਬੋਲਣ ਦਿੱਤਾ? ਇਹਨਾਂ ਨੇ ਘਰਾਂ ਦੇ ਅੱਗੇ ਤਰਰੇ ਲਾਏ। ਔਰ ਜਿਹੜਾ ਮੀਡੀਆ ਚੰਗੀ ਗੱਲ ਕੋਈ ਕਰਦਾ, ਕਾਨੂੰਨ ਦੀ ਗੱਲ ਕਰਦਾ, ਸਰਕਾਰ ਦੀ ਅੱਛੀ ਗੱਲ ਕਰਦਾ, ਇਹ ਗੋਦੀ ਮੀਡੀਆ। ਜਿਹੜੀ ਇਹਨਾਂ ਦੀ ਹੱਕ ਕਰੇ ਉਹ ਚੰਗਾ ਮੀਡੀਆ। ਔਰ ਜਿਹੜੇ ਮੀਡੀਆ ਦੇ ਕੈਮਰੇ ਤੋੜੇ ਗਏ, ਉੱਥੇ ਕੀ ਨਹੀਂ ਹੋਇਆ? ਕੀ ਨਹੀਂ ਹੋਇਆ ਉੱਥੇ? ਔਰ ਕੀ ਨਹੀਂ ਕੀਤਾ? ਔਰ ਦੱਸੋ ਮੈਨੂੰ, ਕਾਰਾਂ ਦੇ ਸ਼ੀਸ਼ੇ, ਕੱਪੜੇ ਤੱਕ MLA ਦੇ ਪਾੜ ਤੇ, ਮਤਲਬ ਹੁਣ ਕੀ ਕੀ ਕਹੀਏ? ਕਿੰਨਾ ਕੁਝ ਹੋਇਆ ਹੋਣਾ। ਦਹਿਸ਼ਤ ਬਣਾਈ ਹੋਈ ਸੀ, ਦਹਿਸ਼ਤ ਦਾ ਮਾਹੌਲ ਸੀ। ਔਰ ਜਿਹਦੇ ਵਿੱਚ ਇੱਕ ਬੰਦਾ ਜਿਹੜੇ ਕ੍ਰਿਸ਼ੀ ਮਾਹਿਰ ਬੰਦਿਆਂ ਨੂੰ ਪੁੱਛੋ, ਕਹਿੰਦੇ ਜੀ ਅੱਛਾ ਕੱਲ ਸੁਣੋ, ਮੋਦੀ ਸਾਹਿਬ ਨੇ ਕੋਈ ਇੱਕਦਮ ਕਾਨੂੰਨ ਲਿਆਂਦੇ? ਆਤਾ ਨਹੀਂ ਕਿ ਮੋਦੀ ਸਾਹਿਬ ਨੇ ਰਾਤੋਂ ਰਾਤ ਉੱਠਿਆ ਤੇ ਕਾਨੂੰਨ ਲਿਆਂਦੇ। 25 ਸਾਲ ਤੋਂ ਇਹਦੇ ਉੱਤੇ ਗੌਕ ਹੋ ਰਹੀ ਹੈ ਕ੍ਰਿਸ਼ੀ ਮਾਹਿਰ ਬੰਦਿਆਂ ਦੀ, ਜਿਹੜੇ ਖੇਤੀਬਾੜੀ ਦੇ ਮਾਹਿਰ ਹੈ। 25 ਸਾਲ ਤੋਂ ਲਗਾਤਾਰ ਨਹੀਂ ਸੁਣੋ, ਬੋਲਣ ਨਹੀਂ ਦਿੱਤਾ, ਬੋਲਣ ਯਾਰ ਬੋਲਣ ਨਹੀਂ ਦਿੱਤਾ ਕਿਸੇ ਨੂੰ। ਇਹਨੇ ਨਹੀਂ ਕਿਹਾ ਜੀ ਸਰਦਾਰਾ ਸਿੰਘ ਜੋਹਲ ਨੇ ਕੀ ਕਿਹਾ ਵਿਚਾਰੇ ਨੇ? ਉਹਨੇ ਸਟੇਟਮੈਂਟ ਦੇ ਕੇ ਕਿਹਾ ਮੈਂ ਤਾਂ ਫੇਸਬੁੱਕ ਅਕਾਊਂਟ ਬੰਦ ਕਰਤਾ। ਗਾਣਾ ਕੱਢਦੇ ਨੇ, ਉਹ ਮਾਨ ਕਿਵੇਂ ਛੱਡ ਗਿਆ? ਕਮਾਲ ਹੋ ਗਈ। ਕੀ ਤੁਸੀਂ ਮਤਲਬ ਜਦੋਂ ਤੱਕ ਹਿੰਦੁਸਤਾਨ ਦੀ ਤਰੱਕੀ ਨਹੀਂ ਹੋ ਸਕੇਗੀ, ਜਦੋਂ ਤੱਕ ਸੱਚੇ ਬੰਦੇ ਆਵਾਜ਼ ਨਹੀਂ ਉਠਾਣਗੇ। ਸੱਚਾ ਬੰਦਾ ਚੁੱਪ ਹੈ, ਸਹੀ ਬੰਦਾ ਚੁੱਪ ਹੈ। ਔਰ ਜਿਹੜੇ ਸ਼ਰਾਰਤੀ ਕਹਿ ਲੋ, ਅਸੀਂ ਉਹ ਕਹਿ ਦਿੰਦੇ ਹਾਂ, ਉਹ ਦੰਦਨਾਉਂਦੇ ਨੇ। ਪਰ ਉਹਦੇ ਵਿੱਚ ਜਾਨੀ ਸਾਹਿਬ ਜੇ ਦੇਖਿਆ ਜਾਵੇ, ਇਹ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਦੋਨੇ ਧਿਰੋਂ ਰਹੀ? ਖਾਲਿਸਤਾਨੀ ਆਤੰਕੀ ਤੱਕ ਕਿਹਾ ਗਿਆ, ਮੀਡੀਆ ਦੇ ਵਿੱਚ ਦੀ ਮੈਸੇਜ ਕਹਿ ਰਹੇ ਹੋ। ਕਿੰਨੇ ਕਿਹਾ? ਲਿਆਓ ਸਾਡੀ ਡਿਬੇਟ ਕੱਢੋ। ਅਸੀਂ ਕਿਸੇ ਕਿਸਾਨ ਨੂੰ ਤਾਂ ਅੰਨਦਾਤਾ ਕਿਹਾ ਹੈ? ਜਿਹੜੇ ਤੁਸੀਂ ਗੋਦੀ ਮੀਡੀਆ ਦੀ ਗੱਲ ਕਰੀ ਜੀ, ਉਹਦੇ ਤੇ ਲਗਾਤਾਰ ਇਲਜ਼ਾਮ ਰਿਹਾ ਵੀ ਸਰਕਾਰ ਉਧਰ ਦੀ ਪ੍ਰੋਜੈਕਟ ਕਰ ਰਹੀ ਹੈ। ਅਸੀਂ ਕਦੇ ਕਿਹਾ ਕਿਸਾਨ ਇਹ ਖਾਲਿਸਤਾਨੀ ਹੈ? ਕਿੰਨੇ ਕਿਹਾ? ਕਿਸਾਨ ਖਾਲਿਸਤਾਨੀ ਕਦੇ ਨਹੀਂ ਕਿਹਾ। ਅਸੀਂ ਤਾਂ ਕਿਹਾ ਵੀ ਇਹਦੇ ਵਿੱਚ ਖਾਲਿਸਤਾਨੀ ਵੜ ਗਏ ਨੇ। ਇਹਦੇ ਵਿੱਚ ਕਾਮਰੇਡ ਜਿਹੜੇ ਆ, ਕਾਮਰੇਡ ਨੂੰ ਕਾਮਰੇਡ ਕਹਿਣਾ ਮਾੜਾ ਹੈ। ਔਰ ਜਿਸੇ ਕੋਈ ਬੰਦਾ ਇਹ ਕਹਿ ਰਿਹਾ ਵੀ ਉਹਨੂੰ ਠੋਕਤਾ, ਇਹਨੂੰ ਠੋਕਾਂਗੇ, ਔਰ ਮਤਲਬ ਜਿਸ ਤਰ੍ਹਾਂ ਦੇ ਨਾਅਰੇਬਾਜ਼ੀ ਹੁੰਦੀ ਹੈ ਉਹ ਤਾਂ ਚਲੋ ਦੁਹਰਾਉਣ ਦੀ ਠੀਕ ਨਹੀਂ ਹੈ। ਉਹਨੂੰ ਅਸੀਂ ਕਹਦੀ ਵੀ ਇਹ ਗਲਤ ਹੈ, ਗਲਤ ਨੂੰ ਗਲਤ ਕਹਿਣਾ ਮਾੜੀ ਗੱਲ ਹੈ। ਅਸੀਂ ਕਿਸਾਨਾਂ ਨੂੰ ਕਦੋਂ ਕਿਹਾ? ਕਦੋਂ ਕਿਸਾਨਾਂ ਨੂੰ? ਕਿਸਾਨਾਂ ਨੂੰ ਤਾਂ ਹਮੇਸ਼ਾ ਅੰਨਦਾਤਾ ਕਿਹਾ ਹੈ। ਔਰ ਮੋਦੀ ਸਾਹਿਬ ਨੇ ਵੀ ਕਿਹਾ ਕਿਸਾਨਾਂ ਦੇ ਹਿੱਤ ਵਿੱਚ ਅੱਜ ਵੀ ਆ, ਕੱਲ ਵੀ ਆ, ਰਵਾਂਗੇ ਵੀ। ਪਰ ਹੁਣ ਤੁਹਾਨੂੰ ਲੱਗਦਾ ਅੱਗੇ ਨੂੰ, ਕਿਉਂਕਿ ਕਾਲ ਘਰਾਵ ਵਾਲੀ ਹਜੇ ਵਾਪਸ ਨਹੀਂ ਹੋਈ ਹੈਗੀ, ਜਿਹੜਾ BJP ਦੇ ਲੀਡਰਾਂ ਦੇ ਘਰਾਵ ਦੀ ਕਾਲ ਵਾਪਸ ਨਹੀਂ ਹੋਈ, ਧਰਨੇ ਜਿਹੜੇ ਨੇ ਉਹ ਹਜੇ ਉੱਠੇ ਨਹੀਂ ਪੂਰੇ। ਯਾਰ ਕੋਈ ਗੱਲ ਨਹੀਂ, BJP ਦੇ ਲੀਡਰ, BJP ਅਸੀਂ ਬੈਠੇ ਆ, ਸਾਲ ਸਵਾ ਸਾਲ ਹੋ ਗਿਆ, ਕੀ ਗੱਲ ਹੋ ਗਈ? ਹੁਣ ਪ੍ਰਚਾਰ ਵਾਸਤੇ ਯਾਰ ਹੋਰ ਕਰ ਲੈਣ। ਇਹਨਾਂ ਦੇ ਦਿਲ 'ਚ ਬੱਬਲ ਕੋਈ ਕਹਤਾ ਕੱਢ ਲੈਣ, ਮਰਜ਼ੀ ਕਰ ਲੈਣ। ਜਦੋਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਹਿਤਾ ਵਾਪਸ ਲੈ ਲਿਆ, ਫਿਰ ਕੀ ਰਹਿ ਗਿਆ? ਉਹ ਨਾਲ ਕਹਿੰਦਾ ਕਮੇਟੀ ਬਣਾ ਲਓ ਔਰ ਉਹਦੇ ਵਿੱਚ ਜੋ ਵੀ ਹੋਰ ਚੀਜ਼ ਹੈ MSP ਦੀ ਹੈ ਉਹ ਸਾਰੀ ਉਹਦੇ ਵਿੱਚ ਬੈਠ ਕੇ ਤੁਸੀਂ ਮੈਨੂੰ ਖਰੜਾ ਦੇ ਦਿਓ, ਫਿਰ ਕਿਆ ਰਹਿ ਗਿਆ? ਪਰ ਤੁਸੀਂ ਇੱਕ ਮਤਲਬ ਜੋ ਕੁਝ ਤੁਸੀਂ ਹੋ, ਤੁਹਾਨੂੰ ਸਰਟੀਫਿਕੇਟ ਮਿਲਿਆ ਹੋਇਆ, ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਇਤਬਾਰ ਨਹੀਂ ਕਰਦੇ ਹੋ। ਕਿਉਂ? ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਮਰੇ 'ਚ ਬੈਠ ਕੇ ਗੱਲ ਕੀਤੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਿਸੇ ਦੀ ਹੋਰ ਦੀ ਡਿਊਟੀ ਲਈ ਅਨਾਉਂਸਮੈਂਟ ਕੀਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਖੁੱਲਾ ਸੰਦੇਸ਼ ਦਿੱਤਾ ਹੈ, ਆਲ ਵਰਲਡ ਲੋਕਾਂ ਨੇ ਸੁਣਿਆ। ਪਰ ਜਾਨੀ ਕਿਹਾ ਤਾਂ ਇਹ ਵੀ ਜਾ ਰਿਹਾ ਵੀ ਕਿ ਇਹ ਚੀਜ਼ ਜਦੋਂ ਮੀਟਿੰਗਾਂ ਜਿਵੇਂ 10-11 ਮੀਟਿੰਗਾਂ ਹੋਈਆਂ ਨੇ, ਪਹਿਲਾਂ 12 ਮੀਟਿੰਗਾਂ ਹੋ ਚੱਲੀਆਂ ਨੇਗੀਆਂ, ਉਹ ਮੀਟਿੰਗਾਂ ਦੇ ਵਿੱਚ ਹੁਣ ਵੀ ਇੱਕ ਵਾਰੀ ਬੁਲਾ ਕੇ ਕਿਸਾਨਾਂ ਨੂੰ ਇਹ ਗੱਲ ਕਹੀ ਜਾ ਸਕਦੀ ਸੀ, ਫਿਰ ਐਲਾਨ ਕੀਤਾ ਜਾ ਸਕਦੀ। ਕਹਿੰਦੇ ਹੁਣ ਵੀ ਕਿਸਾਨ ਲੀਡਰ ਥੱਲੇ ਲਾਉਣ ਵਾਸਤੇ ਪ੍ਰਧਾਨ ਮੰਤਰੀ ਨੇ ਖੁਦ ਐਲਾਨ ਕਰਤਾ, ਕਿਸੇ ਨੂੰ ਬੁਲਾਇਆ ਨਹੀਂ ਹੈਗਾ। ਥੱਲੇ ਤਾਂ ਇਹ ਲਾ ਰਹੇ ਨੇ, ਪ੍ਰਧਾਨ ਮੰਤਰੀ ਕੀ ਲਾਇਆ? ਇਹ ਕਹਿੰਦੇ ਵਾਪਸ ਲਿਓ। ਉਹਨੇ ਕਿਹਾ ਚਲੋ ਲੈ ਲਿਆ ਵਾਪਸ, ਜਾਓ ਘਰਾਂ ਨੂੰ। ਬਾਬੇ ਨਾਨਕ ਦਾ ਗੁਰਪੁਰਬ ਦਾ ਦਿਨ ਸੀ, ਬਾਬੇ ਨਾਨਕ ਖੇਤੀ ਕਰਦੇ ਸੀਗੇ ਤੇ ਬਾਬੇ ਨਾਨਕ ਦੇ ਦਿਨ ਕਰਤਾ ਤਾਂ ਜਾਣਾ ਚਾਹੀਦਾ, ਕਰਨ ਜਾਂਦੇ। ਕੀ ਉੱਥੇ ਗੱਲ ਸੀ? ਫਿਰ ਕਿਉਂ ਅੜੀ ਬੈਠੇ?
ਪਰ ਹਜੇ ਵੀ ਤੁਹਾਨੂੰ ਲੱਗਦਾ ਕਿ ਜੇ ਐਮਐਸਪੀ ਨੂੰ ਲੈ ਕੇ ਕੋਈ ਗੱਲ ਕੋਈ ਇਸ ਤਰ੍ਹਾਂ ਦੀ ਜਿਹੜੀ ਕਿਸਾਨ ਹੈ ਉਹਨਾਂ ਨੂੰ ਨਾ ਲੱਗੀ ਜਥੇਬੰਦੀਆਂ ਨੂੰ, ਤੇ ਹਜੇ ਜਿਵੇਂ ਮੋਰਚਾ ਚੱਲ ਰਿਹਾ ਤੇ ਅੱਗੇ ਵਾਲੀਆਂ ਚੋਣਾਂ ਵੀ ਕਿਤੇ ਨਾ ਕਿਤੇ ਔਖੀਆਂ ਰਹਿਣਗੀਆਂ ਜੇ ਵਿਰੋਧ ਟਾਈਮ ਚੱਲਦਾ ਰਿਹਾ? ਯਾਰ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਨਾ, ਇੰਨੇ ਦਿਨ ਚੱਲੇ ਮਤਲਬ ਸਰਕਾਰ ਨੇ ਦੇਖਣਾ ਕੀ ਨਾ ਦੇਖਣਾ। ਪਰ ਇਹਨਾਂ ਦੀ ਜਿਹੜੀ ਇੱਛਾ ਸੀ ਨਾ, ਇਹਨਾਂ ਦੀ ਇੱਛਾ ਇੱਕੋ ਹੀ ਸੀ ਕਿ ਇਹ ਜਿਹੀਆਂ ਸ਼ਰਾਰਤਾਂ ਕਰੋ, ਇਹ ਜਿਹੀਆਂ ਚੁੰਡੀਆਂ ਵੱਢੋ ਕਿ ਇਹ ਕੋਈ ਉਕਸਾ ਕੇ ਇਹ ਪੁੱਠਾ ਕੰਮ ਕਰਨ ਔਰ ਇਹਨਾਂ ਤੇ ਅਸੀਂ ਦਾਗ ਲਾਈਏ। ਭਾਰਤੀ ਜਨਤਾ ਪਾਰਟੀ ਕਹਿੰਦੀ ਇਹ ਕੋਈ ਹੋਰ ਨਹੀਂ ਹੈ, ਇਹ ਸਾਡੇ ਹੀ ਹੈ। ਪਰ ਇਹਨਾਂ ਨੇ ਮੇਰੀ ਗੱਲ ਸੁਣੋ, ਜਿਹੜੇ ਲਾਲ ਕਿਲੇ ਤੇ ਗਏ ਕਿ ਟੋਕਨ ਲੈਣਗੇ? ਔਰ ਜਿਹੜਾ ਚੰਨੀ ਸਾਹਿਬ ਹੈ ਕਹਿੰਦਾ 2-2 ਲੱਖ ਰੁਪਈਆ ਦਿਆਂਗਾ। ਕਿਆ ਬਾਤ ਹੈ ਯਾਰ, ਤੁਸੀਂ ਉਹਨੂੰ ਸ਼ਾਬਾਸ਼ੀ ਦੇ ਰਹੇ ਹੋ? ਕੀ ਤੁਸੀਂ ਦੇਸ਼ ਨੂੰ ਬਰਬਾਦ ਕਰਨਾ ਚਾਹੁੰਦੇ ਹੋ? ਤੁਸੀਂ ਮੁੱਖ ਮੰਤਰੀ ਬਣੇ ਹੋ, ਸ਼ਰਮ ਆਣੀ ਚਾਹੀਦੀ ਹੈ। ਤੁਸੀਂ ਕਹਿੰਦੇ 2-2 ਲੱਖ ਰੁਪਈਆ ਲਾਲ ਕਿਲੇ ਤੇ ਗਏ ਹੈ। ਕਿ ਲਾਲ ਕਿਲੇ ਕੀ ਲੈਣ ਗਏ ਸੀ ਬਈ? ਹਾਂ, ਜਿਹੜੇ ਕੋਈ ਬਾਰਡਰ ਤੇ ਮਰਦਾ ਉਹਦੀ ਕੋਈ ਗੱਲ ਨਹੀਂ ਕਰਦੇ, ਜਿਹੜਾ ਦੇਸ਼ ਵਾਸਤੇ ਸ਼ਹੀਦ ਹੁੰਦਾ ਉਹਦੇ ਵਾਸਤੇ ਕੋਈ ਗੱਲ ਨਹੀਂ, ਸਰਦਾ ਦੇ ਹੁਸਨ ਬਰਬਾਦ ਕਰਨੋਂ ਨਹੀਂ ਹੈ। ਹਾਂ, ਜਿੱਥੇ ਜਾ ਕੇ ਗੜਬੜ ਕੀਤੀ 2-2 ਲੱਖ ਰੁਪਏ, ਸ਼ਰਮ ਆਣੀ ਚਾਹੀਦੀ ਹੈ ਔਰ ਡੁੱਬ ਕੇ ਮਰਨਾ ਚਾਹੀਦਾ ਲੋਕਾਂ ਨੂੰ। ਤਾਂ ਕਿਸਾਨ ਹੀ ਸੀ ਉਹ ਜਿਹੜੇ ਟਰੈਕਟਰ ਮਾਰਚ ਕਰਕੇ ਗਏ, ਕਿਉਂਕਿ ਉਦੋਂ ਤਾਂ ਐਂ ਵੀ ਕਿਹਾ ਗਿਆ ਵੀ ਸਰਕਾਰੀ ਏਜੰਸੀਆਂ ਨੇ ਰਸਤਾ ਭਟਕਾਇਆ ਜਾਣ ਕੇ। ਕਿੱਡੀ ਬੇਵਕੂਫੀ ਗੱਲ ਕਰਦੇ ਆ। ਇਹਨਾਂ ਨਾਲ ਰਾਜੇਵਾਲ ਨਾਲ ਔਰ ਸਾਰਿਆਂ ਨਾਲ ਮੀਟਿੰਗ ਕੀਤੀ 5 ਵਾਰੀ ਦਿੱਲੀ ਦੇ ਕਮਿਸ਼ਨਰ ਨੇ, ਔਰ ਰੂਟ ਬਣਾਇਆ ਗਿਆ ਔਰ ਰੂਟਾਂ ਦੇ ਉੱਤੇ ਇਹਨਾਂ ਦੇ ਫੁੱਲਾਂ ਦੀ ਵਰਖਾ ਲੈਣ ਵਾਲੇ ਲੋਕ ਖੜੇ ਸੀਗੇ। ਇਹਨਾਂ ਤੇ ਹਰ ਇੱਕ ਗੱਲ ਜਿਹੜੀ ਹੈ ਮੋਦੀ ਤੇ ਸਿੱਟਣੀ ਹੁੰਦੀ ਹੈ। ਕੌਣ ਕਹਿੰਦਾ ਲਾਲ ਕਿਲੇ ਤੇ ਜਾਓ ਤੋੜ ਬੰਦ ਕਰੋ ਉੱਥੇ? ਔਰ ਕੀ ਤੁਸੀਂ ਉਹਨਾਂ ਨੂੰ ਸ਼ਾਬਾਸ਼ੀ ਦੇਣਾ ਚਾਹੁੰਦੇ ਹੋ? ਇਹ ਕਾਂਗਰਸ ਦੇ ਲੋਕ ਨੇ, ਇਹਨਾਂ ਦੀ ਸੋਚ ਘਟੀਆ ਸੋਚ ਹੈ ਔਰ ਇਹਨਾਂ ਕਾਂਗਰਸੀ ਸੋਚ ਦੇ ਨਾਲ ਅੱਜ ਦੇਸ਼ ਬਰਬਾਦ ਹੋਇਆ। ਪਰ ਤੁਹਾਨੂੰ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਵਿੱਚ ਕਹਿਤਾ ਵੀ ਇਹਨਾਂ ਦੇ ਲੋਕ ਖਾਲਿਸਤਾਨੀ ਰਲ ਗਏ, ਵਿੱਚ ਕਾਮਰੇਡ ਰਲ ਗਏ, ਪਰ ਕਈ ਲੀਡਰ ਤਾਂ ਰਾਜੇਵਾਲ ਨੂੰ ਪੁੱਛੋ, ਰਾਜੇਵਾਲ ਨੂੰ ਕਿੰਨੇ ਗਾਲਾਂ ਕੱਢੀਆਂ ਸੀ, ਕਿਉਂ ਜਾੜੇ ਜੁੜ ਗਏ ਉਹਦੇ ਤੇ? ਉਹਨੂੰ ਪੁੱਛੋ ਕੀ ਮਾਨਸਲਾ ਰੁਲਦੂ ਸਿੰਘ, ਉਹਦੇ ਕਿੰਨੇ ਹਮਲਾ ਕੀਤਾ ਸੀ? ਮੁੜ ਕੇ ਬੋਲਿਆ ਉਹ ਕੌਣ ਸੀ? ਉਹ ਦੱਸਣ। ਫਿਰ ਜਿਹੜੀ ਅਸੀਂ ਗੱਲ ਕਹਿੰਦੇ ਆ ਵੀ ਇਹਨਾਂ ਦੇ ਵਿੱਚ ਆ ਚੀਜ਼ ਆ ਗਈ ਹੈ ਤਾਂ ਅਸੀਂ ਮਾੜੇ ਹੋ ਗਏ, ਪਰ ਦੱਸਣ ਬੋਲੇ ਨਹੀਂ ਫਿਰ ਕਦੇ ਨਹੀਂ। ਪਰ ਮੈਂ ਉਹੀ ਪੁੱਛਣ ਲੱਗਿਆ ਸੀਗਾ ਵੀ ਜੇ ਕੁਝ ਤੁਸੀਂ ਇਹਨਾਂ ਕੁਝ ਬੰਦਿਆਂ ਦਾ ਲਾ ਲਓ, ਪਰ ਕਈ ਬੰਦੇ ਜੋ ਹੁਣ ਰਾਜੇਵਾਲ ਦੀ ਗੱਲ ਕਰ ਲਈਏ, ਲਖੋਵਾਲ ਦੀ ਕਰ ਲਈਏ, ਉਗਰਾਹਾਂ ਦੀ ਕਰ ਲਈਏ, ਇਹ ਤਾਂ ਕਈ ਤਾਂ ਸੈਪਰੇਟ ਹੋ ਗਏ। ਇਹ ਲੀਡਰ ਨਹੀਂ ਤੁਹਾਨੂੰ ਤਾਲਮੇਲ ਬਿਠਾਇਆ ਵੀ ਚਲੋ ਉਹ ਨਹੀਂ ਕਰਨ ਦਿੰਦੇ ਉਹਨੇ ਸਮਝੌਤਾ, ਇਹ ਮੰਨ ਜਾਂਦੇ, ਇਹ ਸਿਆਣੇ ਨੇ ਲੀਡਰ ਕੀ? ਤੁਸੀਂ ਗੱਲ ਮੇਰੀ ਸੁਣ ਲਓ, ਠੀਕ ਹੈ, ਅਸੀਂ ਸਾਲ ਦੁੱਖ ਭੋਗਿਆ ਨਾ, ਔਰ ਕਿਸਾਨ ਜਿਹੜੀ ਲੋਕਾਂ ਨੂੰ ਸਮਝ ਆ ਜਾਣੀ ਹੈ ਕਿ ਮੋਦੀ ਇਹ ਕੋਈ ਕਾਨੂੰਨ ਕਾਲਾ ਨਹੀਂ ਸੀ, ਲੋਕਾਂ ਨੂੰ ਸਹੂਲੀਅਤ ਦਿੱਤੀ ਸੀ ਔਰ ਮੋਦੀ ਦੇ ਰਿਹਾ, ਅਸੀਂ ਦੇਣੀ ਹੈ। ਕਿਸਾਨੀ ਪ੍ਰਫੁੱਲਤ ਹੋਏਗੀ। ਦੇਖੋ ਅਸੀਂ ਦੇਸ਼ ਹਿੱਤ ਵਿੱਚ ਗੱਲ ਕਰਦੇ ਹਾਂ, ਸਾਡਾ ਕਿਸਾਨ ਖੁਸ਼ਹਾਲ ਹੋਏਗਾ, ਕਿਸਾਨ ਦੇ ਜੇਬ 'ਚ ਪੈਸਾ ਜਾਏਗਾ, ਸਰਕਲ ਘੁੰਮੇਗਾ, ਦੇਸ਼ ਤਰੱਕੀ ਕਰੇਗਾ। ਕਿਸਾਨ ਬਗੈਰ ਦੇਸ਼ ਤਰੱਕੀ ਨਹੀਂ ਕਰ ਸਕਦਾ। ਪਰ ਇਹ ਜੇ ਲੋਕ ਅੱਗੇ ਲੱਗ ਕੇ ਜਿਹੜੇ ਬਰਬਾਦੀ ਦਾ ਕਾਰਨ ਬਣ ਰਹੇ ਨੇ, ਤਾਂ ਲੋਕਾਂ ਨੂੰ ਸਮਝ ਆ ਜਾਊਗੀ ਸਾਡੇ ਘਰ ਕੀ ਗਿਰਣਗੇ। ਜਦੋਂ ਇਹਨਾਂ ਦੇ ਘਰ ਗਿਰਣਗੇ ਨਾ, ਇਹਨਾਂ ਨੂੰ ਬੱਚਦਿਆਂ ਨੂੰ ਬਾਹਰ ਨਹੀਂ ਲੱਭਣਾ, ਸਾਡੇ ਤਾਂ ਕੋਈ ਨਹੀਂ, ਅਸੀਂ ਤਾਂ ਜਰ ਲਾਂਗੇ। ਪਰ ਜਨੀ ਸਾਹਿਬ ਦੇਖਿਆ ਜਾਵੇ ਤੁਸੀਂ ਸਮਝਦੇ ਵੀ ਕਿ ਚਲੋ ਆਲ ਓਵਰ ਜਿਹੜਾ ਦੇਖਿਆ ਹੋਣਾ, ਜੇ ਹੁਣ ਤੇ ਚਲੋ ਨਿਬੇੜੇ ਪਾਸੇ ਨੂੰ ਵੀ ਲਾ ਲਈਏ ਵੀ ਚਲੋ ਮੋਦੀ ਨੇ ਕਹਿਤਾ ਨਿਬੜ ਗਈ ਗੱਲ, ਪਰ ਤੁਹਾਨੂੰ ਨਹੀਂ ਲੱਗਦਾ ਵੀ ਬੀਜੇਪੀ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਇਹਦੇ ਚ, ਪੰਜਾਬ 'ਚ ਖਾਸ ਕਰਕੇ? ਦੇਸ਼ ਵਾਸਤੇ ਕੁਝ ਵੀ ਹੋ ਜੇ, ਕਾਨੂੰਨ ਸਾਡਾ, ਮੋਦੀ ਸਾਹਿਬ ਨੇ ਪਤਾ ਕੀ ਕਿਹਾ, ਸਾਡੀ ਨੀਅਤ ਔਰ ਸਾਡਾ ਕਾਨੂੰਨ ਕਹਿ ਦਈਏ ਦੀਪਕ ਦੀ ਲੋ ਨਾਲ ਵੀ ਸ਼ੁੱਧ ਸੀ, ਉਹਨੇ ਇਹ ਗੱਲ ਕਹੀ ਹੈ। ਔਰ ਮਾਫੀ ਮੰਗਦਾ ਮੈਂ ਦੇਸ਼ ਵਾਸੀਆਂ ਨੂੰ ਜਿਹੜੇ ਨੇ ਪਰੇਸ਼ਾਨੀ ਭੋਗੀ ਹੈ, ਜਿਨ੍ਹਾਂ ਲੋਕਾਂ ਨੇ ਔਰ ਜਿਨ੍ਹਾਂ ਲੋਕਾਂ ਨੂੰ ਚੀਜ਼ ਚਾਹੀਦੀ ਸੀਗੀ, ਕੁਝ ਲੋਕਾਂ ਨੂੰ ਨਹੀਂ ਸਮਝਾ ਪਏ ਜਿਹੜੇ ਸੰਘਰਸ਼ ਕਰ ਰਹੇ ਨੇ। ਅਖੀਰ 'ਚ ਇੰਨਾ ਕੁ ਦੱਸੋ ਕਿ ਜਿਵੇਂ ਹੁਣ ਵੀ ਤੁਸੀਂ ਜਥੇਬੰਦੀਆਂ ਪੂਰੇ ਟਾਰਗੇਟ ਤੇ ਰੱਖੀਆਂ ਨੇ, ਤੁਹਾਨੂੰ ਨਹੀਂ ਲੱਗਦਾ ਕਿ ਕੱਲ੍ਹ ਨੂੰ ਜਥੇਬੰਦੀਆਂ ਹੀ ਜੇ ਨਿਰਾਸ਼ ਹੋ ਕੇ ਦੁਬਾਰੇ ਫੇਰ ਕੋਈ ਇਸ ਤਰ੍ਹਾਂ ਦੀ ਕਾਲ ਦੇਤੀ, ਜਾਂ ਕਹੀਏ ਕਿ ਦੁਬਾਰੇ ਫੇਰ ਬੀਜੇਪੀ ਦੇ ਲੀਡਰਾਂ ਦਾ ਚਲੋ ਇੰਟਰਨਲੀ ਵਿਰੋਧ ਕਰਤਾ, ਤਾਂ ਫਿਰ ਵੋਟਾਂ 'ਚ ਨੁਕਸਾਨ ਹੋ ਜਾਊਗਾ? ਹੋ ਜਾਏ ਯਾਰ, ਕੀ ਹੋ ਗਿਆ ਫਿਰ? ਉਹ ਯਾਰ ਬਾਬਾ ਨਾਨਕ ਨਾ ਵਿਗਾੜੇ ਕਿਸੇ ਦਾ, ਇਹਨਾਂ ਦੀ ਔਕਾਤ ਕੀ ਹੈ ਕਿਸੇ ਦਾ ਕੀ ਵਿਗਾੜ ਦੇਣਗੇ? ਬੰਦ ਦੱਸ। ਬਾਬਾ ਨਾਨਕ ਰੱਬ ਨਾ ਵਿਗਾੜੇ, ਰੱਬ ਨਾ ਕਿਸੇ ਦਾ ਵਿਗਾੜੇ, ਬੰਦਾ ਬੰਦੇ ਦਾ ਕੁਝ ਨਹੀਂ ਵਿਗਾੜ ਸਕਦਾ। ਕੀ ਵਿਗਾੜ ਲਿਆ ਲੈ? ਚਲੋ ਅਸੀਂ ਮਾਨੀ ਗੱਲ, ਅਸੀਂ ਇਹ ਚੀਜ਼ ਨਹੀਂ ਚਾਹੁੰਦੇ, ਸੰਘਰਸ਼ ਨਹੀਂ ਚਾਹੁੰਦੇ, ਅਸੀਂ ਦੇਸ਼ ਦਾ ਭਲਾ ਚਾਹੁੰਦੇ ਹਾਂ, ਅਸੀਂ ਦੇਸ਼ ਦਾ ਨੁਕਸਾਨ ਨਹੀਂ ਚਾਹੁੰਦੇ, ਸੂਬੇ ਦਾ ਨੁਕਸਾਨ ਨਹੀਂ ਚਾਹੁੰਦੇ, ਅਸੀਂ ਸਬਰ ਕਰਕੇ ਬੈਠੇ ਹਾਂ। ਔਰ ਮੋਦੀ ਸਾਹਿਬ ਨੇ ਇਹੀ ਸੋਚ ਕੇ ਕੀਤਾ ਨਾ ਵੀ ਚਲੋ ਨਹੀਂ ਸਮਝੋ ਪੈਸੇ ਵਾਪਸ ਲੈ ਲੈਣੇ। ਪਰ ਇਹਦੇ ਬਾਅਦ ਜਿਹੜੀ ਹੁਣੇ ਕਰ ਰਹੇ ਨਾ, ਇਹ ਸਾਡੀ ਜਿਹੜੀ ਗੱਲ ਉਹਦੇ ਤੇ ਫੁੱਲ ਚੜ ਰਹੇ ਸੀ, ਕਿਹਾ ਇਹਦੇ ਵਿੱਚ ਰਾਜਨੀਤੀ ਹੈ, ਇਹ ਰਾਜਨੀਤੀ ਹੈ, ਹੋ ਰਹੀ ਹੈ ਉਹ ਲੋਕਾਂ ਨੂੰ ਵੀ ਸਮਝ ਆ ਜੂ। ਸਰਕਾਰ ਦੀ ਕੁਰਸੀ ਪਹਿਲੀ ਵਾਰੀ ਲੱਗੀ, ਉਹ ਵੀ ਕਿਸਾਨਾਂ ਨੇ ਹਲਾਈ ਜਾਂ ਵੀ ਐ ਫੈਸਲੇ ਬਦਲਣੇ ਪਏ। ਕਿਸਾਨ ਕੋਈ ਹੋਰ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਉੱਤੋਂ ਨਹੀਂ ਆਇਆ, ਇਹ ਸਾਡੇ ਪਬਲਿਕ, ਸਾਡੇ ਲੋਕ ਇਹੀ ਹਲਾਣਗੇ, ਇਹੀ ਬਚਾਣਗੇ। ਇਹਦੇ ਵਿੱਚ ਕਾਹਦਾ ਨਖਰਾ ਹੈ ਦੱਸੋ ਮੈਨੂੰ? ਸਾਨੂੰ ਜਿਹੜੀ ਪਬਲਿਕ ਵੋਟ ਦੇ ਕੇ ਬਣਾਉਂਦੀ ਹੈ ਉਹਦੇ ਅੱਗੇ ਸਾਡਾ ਕਾਹਦਾ ਨਖਰਾ ਹੈ? ਅਸੀਂ ਤਾਂ ਉਹਨਾਂ ਅੱਗੇ ਹੱਥ ਬੰਨ੍ਹਦੇ ਫਿਰਦੇ ਹਾਂ, ਭਾਵੇਂ ਉਹਨਾਂ ਕੋਲ ਮਾਫੀ ਮੰਗ ਲਈਏ, ਉਹ ਸਾਨੂੰ ਥੱਲੇ ਡਿੱਗਣ।
ਕਿਹੜੀ ਗੱਲ ਹੋ ਗਈ ਅਸੀਂ ਜੇ ਕੁਝ ਕਰਦੇ ਹਾਂ ਤਾਂ ਉਹਨਾਂ ਦੇ ਨਾਲ ਸਾਡਾ ਕੋਈ ਨਹੀਂ ਹੈਗਾ। ਬਿਲਕੁਲ ਸੁਰਜੀਤ ਕੁਮਾਰ ਜਾਨੀ ਕਹਿੰਦੇ ਕਿ ਆਖਰ ਅਸੀਂ ਪਹਿਲਾਂ ਵੀ ਕਹਿੰਦੇ ਸੀ, ਹੁਣ ਵੀ ਕਹਿੰਦੇ ਆ ਕਾਨੂੰਨ ਸਹੀ ਸੀ, ਪਰ ਜੇਕਰ ਕਿਸਾਨਾਂ ਨੂੰ ਚੰਗੇ ਨਹੀਂ ਲੱਗੇ ਹੈਗੇ ਤਾਂ ਪ੍ਰਧਾਨ ਮੰਤਰੀ ਨੇ ਵਾਪਸ ਲੈ ਲਿਆ, ਉਹ 'ਚ ਕੋਈ ਹੇਠੀ ਨਹੀਂ, ਕਿਉਂਕਿ ਲੋਕ ਹੀ ਸਾਨੂੰ ਚੁਣ ਕੇ ਬਣਾਉਂਦੇ ਨੇ। ਪਰ ਕਿਸਾਨ ਜਥੇਬੰਦੀਆਂ ਤੇ ਹਜੇ ਵੀ ਉਹਨਾਂ ਦਾ ਗੁੱਸਾ ਉਵੇਂ ਬਰਾਬਰ ਹੈ ਕਿ ਆਖਰ ਪਹਿਲਾਂ ਵੀ ਇਹਨਾਂ ਨੇ ਕੋਈ ਸਮਝੌਤਾ ਨਹੀਂ ਹੋਣ ਦਿੱਤਾ, ਵਿੱਚ ਖਾਲਿਸਤਾਨੀ ਤੇ ਕਾਮਰੇਡ ਰਲੇ। ਇਹੀ ਕਾਰਨ ਹੈ ਕਿ ਰਾਜੇਵਾਲ ਤੇ ਰੁਲਦੂ ਸਿੰਘ ਮਾਨਸਾ ਨੂੰ ਡਰਾਇਆ ਗਿਆ ਤੇ ਤਾਂ ਉਸ ਤੋਂ ਬਾਅਦ ਉਹ ਬੋਲੇ ਨਹੀਂ। ਜੇ ਗੱਲ ਨਹੀਂ ਸੀ ਤਾਂ ਜੈਣੀ ਨੇ ਸਾਫ਼ ਤੌਰ ਤੇ ਚੈਲੰਜ ਕੀਤਾ ਵੀ ਹੁਣ ਦੱਸਣ ਉਹ ਆਖਰਕਾਰ ਚੁੱਪ ਕਿਉਂ ਕੀਤੇ। ਪਰ ਦੇਖਣਾ ਇਹ ਹੈ ਕਿ ਆਖਰ ਆਉਂਦੇ ਦਿਨਾਂ ਦੇ ਵਿੱਚ ਇਹ ਮਸਲਾ ਕਾਨੂੰਨ ਵਾਪਸ ਹੋਣ ਦੇ ਨਾਲ ਮਸਲਾ ਹੱਲ ਹੁੰਦਾ, ਕਿਉਂਕਿ ਐਮਐਸਪੀ ਨੂੰ ਲੈ ਕੇ ਜਾਂ ਫਿਰ ਹੋਰ ਕਈ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਸਪਸ਼ਟ ਤੌਰ ਤੇ ਕਹਿਤਾ ਸੰਘਰਸ਼ ਅਜੇ ਖਤਮ ਨਹੀਂ ਹੁੰਦਾ। ਸੀਨੀਅਰ ਵੀਡੀਓ ਜਰਨਲਿਸਟ ਕਮਲਨਾਥ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।